ਸ਼ਲੋਕ ਮਹਲਾ ਦੂਜਾ। ਏਕ ਨੇਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਮਾਤ ਸਾਹਿਬ ਤੁਠੇ ਜੋ ਮਿਲੈ। ਮਹਲਾ ਦੂਜਾ। ਏਕ ਨੇਹੀ ਚਾਕਰੀ ਜਿਤ ਭਾਉ ਖਸਮ ਨ ਜਾਏ, ਨਾਨਕ ਸੇਵਕ ਕਾਂਢੀਐ ਜੇ ਸੇਤੀ ਖਸਮ ਸਮਾਏ। ਪੌੜੀ। ਨਾਨਕ ਅੰਤ ਨ ਜਾਪਨੀ ਹਰ ਤਾਕੇ ਪਾਰਾਵਾਰ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਇਕ ਨਾ ਗਲੀ ਜੰਜੀਰੀਆਂ ਇਕ ਤੁਰੀ ਚੜ੍ਹੈ ਵਿਸਿਆਰ, ਆਪ ਕਰਾਏ ਕਰੇ ਆਪ ਹਉ ਕੈਸਿਉ ਕਰੀ ਪੁਕਾਰ। ਨਾਨਕ ਕਰਨਾ ਜਿਨ ਕੀਆ ਫਿਰ ਤਿਸਈ ਕਰਨੀ ਸਾਰ। ਆਪ ਕਰਾਏ ਕਰੇ ਆਪ ਹਉ ਕੈਸਿਉ ਕਰੀ ਪੁਕਾਰ। ਨਾਨਕ ਕਰਨਾ ਜਿਨ ਕੀਆ ਫਿਰ ਤਿਸਹੀ ਕਰਨੀ ਸਾਰ। ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਮਰੱਥ ਗੁਰੂ, ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ ਗਿਆਨ ਦੇ ਸਾਗਰ, ਗੁਰੂਆਂ ਦੇ ਗੁਰੂ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ, ਧੰਤਾ ਦੇ ਯੋਗ ਵਡਭਾਗੇ ਹੋ। ਗੁਰੂ ਸਾਹਿਬ ਨੇ ਮਿਹਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸਾਨੂੰ ਜੀਵਨ ਦੇ ਬਹੁਤ ਹੀ ਕੀਮਤੀ ਸਵਾਸ ਸਫਲ ਕਰਨ ਦਾ ਮਹਾਰਾਜ ਜੀ ਨੇ ਮੌਕਾ ਦਿੱਤਾ। ਗੁਰੂ ਮਹਾਰਾਜ ਜੀ ਦੀ ਗੋਦ ਵਿੱਚ ਬਹਿ ਕੇ ਸ਼ਬਦ ਦੀ ਵਿਚਾਰ ਰਾਹੀਂ ਆਪਣੇ ਜੀਵਨ ਦੇ ਬਹੁਤ ਹੀ ਕੀਮਤੀ ਅਨਮੋਲ ਸਵਾਸਾਂ ਨੂੰ ਸਫਲ ਕਰੀਏ, ਲੇਖੇ ਵਿੱਚ ਲਾਈਏ, ਮਹਾਰਾਜ ਜੀ ਦੀ ਬਖਸ਼ਿਸ਼ ਮਿਹਰ ਕਿਰਪਾ ਦੇ ਪਾਤਰ ਬਣੀਏ। ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਲੋਕ ਹੈ। ਸ਼ਲੋਕ ਮਹੱਲਾ ਦੂਜਾ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ। ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ ਜੋ ਵੀ ਚੀਜ਼ ਮਨੁੱਖ ਪ੍ਰਾਪਤ ਕਰ ਰਿਹਾ ਹੈ ਉਹ ਪਰਮ ਪਿਤਾ ਪਰਮਾਤਮਾ ਤੋਂ ਪ੍ਰਾਪਤ ਕਰ ਰਿਹਾ ਹੈ। ਉਸ ਚੀਜ਼ ਜਾਂ ਵਸਤੂ ਨੂੰ ਮਨੁੱਖ ਇਹ ਨਾ ਕਹੇ ਵੀ ਮੈਂ ਇਹ ਆਪ ਪ੍ਰਾਪਤ ਕੀਤੀ ਹੈ, ਆਪਸ ਤੇ ਜੋ ਪਾਈ ਹੈ। ਜੇ ਮਨੁੱਖ ਇਸ ਤਰ੍ਹਾਂ ਕਹਿੰਦਾ ਹੈ ਵੀ ਇਹ ਜਿਹੜੀ ਚੀਜ਼ ਜਾਂ ਵਸਤੂ ਮੈਂ ਆਪ ਆਪਣੀ ਮਿਹਨਤ ਨਾਲ ਪ੍ਰਾਪਤ ਕੀਤੀ ਹੈ, ਫਿਰ ਮਹਾਰਾਜ ਜੀ ਕਹਿੰਦੇ ਫਿਰ ਇਹ ਪਰਮਾਤਮਾ ਵਿੱਚੋਂ ਤੇ ਬਾਹਰ ਹੋ ਗਿਆ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ। ਦੁਨੀਆ ਦੀ ਕਿਹੜੀ ਵਸਤੂ ਜਾਂ ਚੀਜ਼ ਹੈ ਜਿਹੜੀ ਤੂੰ ਮਹਾਰਾਜ ਜੀ ਕਹਿੰਦੇ ਆਪਣੇ ਆਪ ਪ੍ਰਾਪਤ ਕੀਤੀ ਹੈ। ਦੁਨੀਆ ਦੀ ਕੋਈ ਵੀ ਵਸਤੂ ਜਿਹੜੀ ਤੇਰੇ ਪਾਸ ਅੱਜ ਹੈ ਇਹ ਉਸ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋਈ ਹੈ। ਮਿਹਨਤ ਭਾਵੇਂ ਇਨਸਾਨ ਕਰਦਾ ਪਰ ਮਿਹਨਤ ਕਰਾਉਂਦਾ ਵੀ ਮਾਲਕ ਹੈ। ਹੱਥ ਪੈਰ ਚਲਾਉਂਦਾ ਵੀ ਉਹ ਮਾਲਕ ਹੈ। ਦਿਲ ਦਿਮਾਗ ਉਸਨੇ ਹੀ ਸਹੀ ਰੱਖੇ ਹੋਏ ਹਨ, ਉਹ ਸਭ ਕੁਝ ਉਹ ਹੀ ਚਲਾਉਂਦਾ। ਤਾਂ ਹੀ ਅਸੀਂ ਮਿਹਨਤ ਮੁਸ਼ੱਕਤ ਜਿਸ ਵੀ ਫੀਲਡ ਵਿੱਚ ਹਾਂ ਅਸੀਂ ਮਿਹਨਤ ਕਰ ਸਕਦੇ ਹਾਂ।
ਔਰ ਮਿਹਨਤ ਦੇ ਬਦਲੇ ਸਾਨੂੰ ਜੋ ਕੁਛ ਪ੍ਰਾਪਤ ਹੁੰਦਾ ਹੈ, ਮਹਾਰਾਜ ਜੀ ਕਹਿੰਦੇ ਇਹ ਦਾਤ ਉਸ ਦੀ ਸਮਝਣੀ ਹੈ। ਇਸ ਤਰ੍ਹਾਂ ਨਹੀਂ ਕਿ ਮੈਂ ਇਹ ਆਪ ਪ੍ਰਾਪਤ ਕੀਤੀ, ਕਿਉਂਕਿ ਅਕਸਰ ਸਾਡੇ ਮੂੰਹ ਦੇ ਵਿੱਚੋਂ ਇਹ ਨਿਕਲ ਜਾਂਦਾ ਵੀ ਇਹ ਚੀਜ਼ ਮੈਂ ਇੰਨੀ ਮਿਹਨਤ ਦੇ ਨਾਲ ਪ੍ਰਾਪਤ ਕੀਤੀ, ਇੰਨੇ ਸਾਲ ਲਾਏ, ਇੱਥੇ ਤੱਕ ਪਹੁੰਚਣ ਦੇ ਲਈ ਇੰਨੀ ਮਿਹਨਤ ਕੀਤੀ ਹੈ, ਸਹਿਜ ਸੁਭਾਅ ਨਿਕਲ ਜਾਂਦਾ। ਪਰ ਇੱਕ ਆਮ ਗੱਲਾਂ ਦੇ ਵਿੱਚ ਗੱਲ ਕਰਨੀ ਇੱਕ ਹੋਰ ਹੈ, ਅਤੇ ਪਰ ਜੇ ਇਸ ਨੂੰ ਆਪਾਂ ਇੱਕ ਅਹੰਕਾਰ ਅਤੇ ਜੇ ਮਾਣ ਦੇ ਨਾਲ ਕਹੀਏ ਵੀ ਨਹੀਂ ਇਹ ਸਭ ਕੁਛ ਮੈਂ ਕੀਤਾ, ਮੈਂ ਆਪਣੀ ਮਿਹਨਤ ਦੇ ਨਾਲ ਇਹ ਚੀਜ਼ ਪ੍ਰਾਪਤ ਕੀਤੀ ਹੈ, ਅਤੇ ਮਹਾਰਾਜ ਜੀ ਕਹਿੰਦੇ ਫਿਰ ਇਹ ਕਿਹੜੀ ਦਾਤ ਹੈ, ਇਹ ਕਿਸ ਤਰ੍ਹਾਂ ਦੀ ਤੇਰੀ ਵਸਤੂ ਹੈ ਜਿਹੜੀ ਤੂੰ ਆਪਣੇ ਆਪ ਪ੍ਰਾਪਤ ਕੀਤੀ ਹੈ। ਨਹੀਂ, ਉਸ ਮਿਹਰਬਾਨ ਨੇ ਮਿਹਰ ਕੀਤੀ ਤਾਂ ਹੀ ਪ੍ਰਾਪਤ ਹੋਈ ਹੈ। ਇਸ ਕਰਕੇ ਕਹਿਣ ਦਾ ਭਾਵ ਇਹ ਹੈ, ਜੋ ਕੁਛ ਪ੍ਰਾਪਤ ਕੀਤਾ ਹੈ ਉਹ ਮਹਾਰਾਜ ਜੀ ਕਹਿੰਦੇ ਉਸ ਦੀ ਦਾਤ ਸਮਝਣੀ ਹੈ। ਇਹ ਵੀ ਦਾਤ ਤੇਰੀ ਦਾਤਾਰ, ਜੋ ਕੁਛ ਵੀ ਮਿਲਿਆ ਉਸ ਦੀ ਦਾਤ ਸਮਝਣੀ ਹੈ। ਬਿਲਕੁਲ ਇਹ ਨਹੀਂ ਸਮਝਣਾ ਵੀ ਇਹ ਮੈਂ ਬਹੁਤ ਜ਼ਿਆਦਾ ਭੱਜ ਦੌੜ ਕਰਕੇ ਪ੍ਰਾਪਤ ਕੀਤੀ ਹੈ, ਕਿਉਂਕਿ ਦੁਨੀਆ ਦੇ ਵਿੱਚ ਲੋਕ ਬਹੁਤ ਭੱਜ ਦੌੜ ਕੀ ਕਰਦੇ ਨੇ, ਉਹਨਾਂ ਨੂੰ ਉਹ ਚੀਜ਼ ਪ੍ਰਾਪਤ ਹੀ ਨਹੀਂ ਹੁੰਦੀ। ਬੜੀ ਮਿਹਨਤ ਵੀ ਕਰਦੇ ਹਨ ਪਰ ਉਨੀ ਖੁਸ਼ਹਾਲੀ ਆਉਂਦੀ ਹੀ ਨਹੀਂ। ਬਹੁਤ ਜ਼ਿਆਦਾ ਦਿਮਾਗ ਲਾਉਂਦੇ ਹਨ ਫਿਰ ਵੀ ਉਹ ਚੀਜ਼ ਬਰਕਤ ਆਉਂਦੀ ਹੀ ਨਹੀਂ। ਇਹਦਾ ਮਤਲਬ ਹੈ ਜੋ ਕੁਛ ਅਸੀਂ ਪ੍ਰਾਪਤ ਕਰ ਸਕਦੇ ਹਾਂ ਭਾਵੇਂ ਕਰ ਲਿਆ, ਵਸਤੂਆਂ ਚੀਜ਼ਾਂ 'ਤੇ ਆ ਸਕਦੀਆਂ ਹਨ ਪਰ ਉਹਦੇ ਵਿੱਚ ਬਖਸ਼ਿਸ਼ ਅਤੇ ਬਰਕਤ ਬੜੀ ਵਾਰ ਸੁਣਿਆ ਉਹ ਮਾਲਕ ਉਸ ਪਰਮੇਸ਼ਰ ਵਾਹਿਗੁਰੂ ਦੀ ਹੀ ਮਿਹਰ ਦੇ ਨਾਲ ਆਉਂਦੀ ਹੈ। ਬਖਸ਼ਿਸ਼ ਬਰਕਤ ਉਹਦੀ ਮਿਹਰ ਤੋਂ ਬਿਨਾਂ ਨਹੀਂ ਆਉਂਦੀ। ਜੋ ਸਾਡੇ ਪਾਸ ਹੈ ਉਹਦੇ ਵਿੱਚ ਬਰਕਤ ਰਹੇ, ਜੋ ਦਾਤ ਸਾਨੂੰ ਮਿਲੀ ਹੈ ਉਸ ਵਿੱਚ ਬਖਸ਼ਿਸ਼ ਰਹੇ। ਅਤੇ ਮਹਾਰਾਜ ਜੀ ਕਹਿੰਦੇ ਜੋ ਵੀ ਸਾਡੇ ਪਾਸ ਹੈ ਉਹ ਬਰਕਤ ਅਤੇ ਬਖਸ਼ਿਸ਼ ਵਿੱਚ ਤਾਂ ਚੀਜ਼ਾਂ ਰਹਿਣਗੀਆਂ ਜੇ ਉਹ ਮਾਲਕ ਦੀਆਂ ਸਮਝੀਆਂ ਜਾਣ ਜਾਂ ਉਸ ਨੂੰ ਯਾਦ ਕੀਤਾ ਜਾਵੇ, ਜਾਂ ਉਸ ਦੀ ਆਪਾਂ ਸਮਝੀਏ ਵੀ ਉਹਦੀ ਦਾਤ ਹੈ। ਜੇ ਮਨੁੱਖ ਨੇ ਆਪਣਾ ਆਪ ਅੱਗੇ ਰੱਖ ਲਿਆ ਅਤੇ ਫਿਰ ਉਹ ਚੀਜ਼ ਜਿਹੜੀ ਹੈ ਉਹਦੇ ਵਿੱਚ ਬਰਕਤ ਬਖਸ਼ਿਸ਼ ਮੁੱਕ ਜਾਏਗੀ, ਖਤਮ ਹੋ ਜਾਏਗੀ। ਇਸ ਕਰਕੇ ਪਹਿਲੀ ਪੰਕਤੀ ਵਿੱਚ ਸਾਨੂੰ ਇਹ ਹੀ ਸਿੱਖਿਆ ਮਹਾਰਾਜ ਜੀ ਦੇ ਰਹੇ ਨੇ ਵੀ ਬਖਸ਼ਿਸ਼ ਸਮਝਣੀ ਹੈ। ਜੋ ਕੁਛ ਵੀ ਸਾਨੂੰ ਪ੍ਰਾਪਤ ਹੈ ਜਾਂ ਪ੍ਰਾਪਤ ਹੋ ਰਿਹਾ ਕਿ ਕੋਈ ਵੀ ਵਸਤੂ ਕੋਈ ਵੀ ਚੀਜ਼ ਇਹ ਉਸ ਦੀ ਬਖਸ਼ਿਸ਼ ਹੈ, ਅਤੇ ਜਿਹੜੀ ਬਖਸ਼ਿਸ਼ ਸਮਝਾਂਗੇ ਉਹਦੇ ਵਿੱਚ ਬਰਕਤ ਬਹੁਤ ਪੈਂਦੀ ਹੈ, ਉਹਦੇ ਵਿੱਚ ਵਾਧਾ ਬਹੁਤ ਹੁੰਦਾ ਹੈ। ਦੇਖੋ ਅਸੀਂ ਇੱਕ ਗੁਰੂ ਕੇ ਲੰਗਰ ਦੀ ਗੱਲ ਕਰਦੇ ਹਾਂ। ਘਰਾਂ ਦੇ ਵਿੱਚ ਅਸੀਂ ਰੋਟੀ ਪਕਾ ਕੇ ਖਾਂਦੇ ਹਾਂ, ਜਿਹਨੂੰ ਖਾਣਾ ਕਹਿੰਦੇ ਹਨ, ਭੋਜਨ ਕਹਿੰਦੇ ਹਨ। ਉਹਦੇ ਵਿੱਚ ਅਤੇ ਗੁਰੂ ਕੇ ਲੰਗਰ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ। ਉਸ ਦੇ ਪਕਾਉਣ ਦੇ ਵਿੱਚ, ਉਸ ਨੂੰ ਪਰੋਸਣ ਦੇ ਵਿੱਚ, ਬਣਾਉਣ ਦੇ ਵਿੱਚ, ਅਤੇ ਗੁਰੂ ਕੇ ਲੰਗਰ ਨੂੰ ਬਣਾਉਣ ਦੇ ਵਿੱਚ, ਪਰੋਸਣ ਦੇ ਵਿੱਚ, ਤਿਆਰ ਕਰਨ ਦੇ ਵਿੱਚ ਬੜਾ ਫਰਕ ਹੈ। ਇਸ ਕਰਕੇ ਆਮ ਕਰਕੇ ਅਸੀਂ ਦੇਖਦੇ ਹਾਂ ਵੀ ਲੰਗਰ ਨੂੰ ਪ੍ਰਸ਼ਾਦ ਸਮਝਿਆ ਜਾਂਦਾ ਅਤੇ ਘਰ ਵਿੱਚ ਬਣਿਆ ਜਿਹੜਾ ਭੋਜਨ ਹੈ ਉਹਨੂੰ ਖਾਣਾ ਕਹਿੰਦੇ ਨੇ। ਲੰਗਰ ਦੇ ਵਿੱਚ ਬਖਸ਼ਿਸ਼ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਬਾਣੀ ਜਿਹੜੀ ਹੈ ਪੜ੍ਹੀ ਜਾਂਦੀ ਹੈ। ਉਸ ਲੰਗਰ ਨੂੰ ਦਰ ਪ੍ਰਵਾਨ ਜਾਂ ਭੋਗ ਲਾਇਆ ਜਾਂਦਾ ਹੈ, ਮਹਾਰਾਜ ਦੇ ਚਰਨਾਂ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ, ਅਤੇ ਉਹਦੇ ਵਿੱਚ ਨੈਚੁਰਲੀ ਜਿਹੜੀ ਹੈ ਉਹ ਬਰਕਤ ਬਖਸ਼ਿਸ਼ ਦੇ ਨਾਲ ਆ ਜਾਂਦੀ ਹੈ। ਉਹ ਚੀਜ਼ ਗੁਰੂ ਕੇ ਲੰਗਰਾਂ ਦੇ ਵਿੱਚੋਂ ਕਦੇ ਵੀ ਤੋਟ ਨਹੀਂ ਆਉਂਦੀ, ਵੱਧਦੀ ਜਾਂਦੀ ਹੈ। ਇੱਕ ਲੰਗਰ ਬੰਦਾ ਲਾ ਕੇ ਬੰਦ ਕਰੇ ਅਤੇ ਦੂਜਾ ਤਿਆਰ ਹੋ ਜਾਂਦਾ ਹੈ ਲਾਉਣ ਵਾਸਤੇ, ਇਹ ਬਰਕਤ ਹੈ। ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੋਇੰਦਵਾਲ ਸਾਹਿਬ ਸਨ ਅਤੇ ਸ਼ਾਮ ਨੂੰ ਜੋ ਵੀ ਲੰਗਰ ਦੇ ਵਿੱਚ ਕੋਈ ਪ੍ਰਸ਼ਾਦੇ ਬਚਦੇ ਸਨ, ਕੁਛ ਵੀ ਬਚਦਾ ਸੀ, ਮਹਾਰਾਜ ਜੀ ਉਹ ਉਸ ਨੂੰ ਪ੍ਰਸ਼ਾਦੇ ਨੂੰ ਬਿਆਸ ਦਰਿਆ ਦੇ ਵਿੱਚ ਪਾ ਦਿੰਦੇ ਸਨ ਵੀ ਇਸ ਨੂੰ ਕੋਈ ਜਾਨਵਰ ਜਾਂ ਪਾਣੀ ਦੇ ਵਿੱਚ ਖਾ ਲਵੇ। ਅਤੇ ਸਿੱਖ ਕਈ ਵਾਰ ਕਹਿੰਦੇ ਸਨ ਮਹਾਰਾਜ
ਇਹ ਕੱਲ੍ਹ ਵਾਸਤੇ ਆਪਾਂ ਬਚਾ ਕੇ ਰੱਖ ਲਈਏ, ਸਵੇਰੇ ਕੰਮ ਆ ਜਾਏਗਾ। ਮਹਾਰਾਜ ਜੀ ਕਹਿੰਦੇ ਕੋਈ ਜ਼ਰੂਰਤ ਨਹੀਂ। ਜਿਸ ਨੇ ਅੱਜ ਬਖਸ਼ਿਸ਼ ਕੀਤੀ ਹੈ ਉਹ ਕੱਲ੍ਹ ਨੂੰ ਵੀ ਬਖਸ਼ਿਸ਼ ਕਰੇਗਾ। ਇਹ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ। ਐਡੀ ਵੱਡੀ ਬਖਸ਼ਿਸ਼, ਐਡੀ ਵੱਡੀ ਦਾਤ ਭਈ ਕੋਈ ਗੱਲ ਨਹੀਂ। ਜਿਸ ਨੇ ਅੱਜ ਸਾਨੂੰ ਖਾਣ ਨੂੰ ਦਿੱਤਾ ਹੈ ਉਹ ਕੱਲ੍ਹ ਨੂੰ ਵੀ ਦੇਵੇਗਾ। ਜਿਸ ਨੇ ਅੱਜ ਬਰਕਤ ਤੇ ਬਖਸ਼ਿਸ਼ ਕੀਤੀ ਹੈ ਉਹ ਕੱਲ੍ਹ ਨੂੰ ਵੀ ਕਰੇਗਾ। ਸੋ ਇਸ ਕਰਕੇ ਬਖਸ਼ਿਸ਼ਾਂ ਬਰਕਤਾਂ ਜੋ ਵੀ ਹਨ ਇਹ ਮਾਲਕ ਕੋਲੋਂ ਮਿਲਦੀਆਂ ਹਨ। ਅਰਦਾਸ ਕਰਕੇ ਆਪਣੀ ਦਸਾਂ ਨਾਹਾਂ ਦੀ ਕਿਰਤ ਦੇ ਵਿੱਚੋਂ ਸਤਸੰਗ ਜੀ ਕੁਝ ਨਾ ਕੁਝ ਭੇਟ ਕਰਕੇ, ਕਿਸੇ ਲੋੜਵੰਦ ਦੀ ਮਦਦ ਕਰਕੇ, ਅਤੇ ਫਿਰ ਇਹ ਬਖਸ਼ਿਸ਼ ਜਿਹੜੀ ਹੈ, ਬਰਕਤ ਜਿਹੜੀ ਹੈ ਸਾਡੀ ਕਮਾਈ ਵਿੱਚ, ਸਾਡੀ ਰਸੋਈ ਵਿੱਚ, ਸਾਡੇ ਘਰ ਵਿੱਚ, ਸਾਡੇ ਜੀਵਨ ਦੇ ਵਿੱਚ ਆਪਣੇ ਆਪ ਚਲੀ ਆਉਂਦੀ ਹੈ। ਜੀਵਨ ਵਿੱਚ ਬਰਕਤ ਬਖਸ਼ਿਸ਼ ਜਿਹੜੀ ਹੈ ਉਹ ਸੇਵਾ ਅਤੇ ਸਿਮਰਨ ਦੇ ਨਾਲ ਆਉਂਦੀ ਹੈ। ਘਰਾਂ ਦੇ ਵਿੱਚ ਵੀ ਬਰਕਤ ਅਤੇ ਬਖਸ਼ਿਸ਼ ਇਸੇ ਤਰ੍ਹਾਂ ਹੀ ਆਉਂਦੀ ਹੈ, ਸੇਵਾ ਸਿਮਰਨ ਦੇ ਨਾਲ ਹੀ ਆਉਂਦੀ ਹੈ। ਜਿੱਥੇ ਵੀ ਬੰਦਾ ਕੰਮ ਕਰਦਾ ਉੱਥੇ ਉਸ ਦਾ ਵਾਧਾ ਹੋਵੇ, ਇਹ ਸਾਰੀ ਉਸ ਦੀ ਸੇਵਾ ਅਤੇ ਸਿਮਰਨ ਰਾਹੀਂ ਹੀ ਪ੍ਰਾਪਤ ਹੋਏਗੀ। ਇਸ ਕਰਕੇ ਜੇ ਪ੍ਰਾਪਤ ਹੋ ਜਾਵੇ ਤਾਂ ਉਸ ਨੂੰ ਬਖਸ਼ਿਸ਼ ਹੀ ਰਹਿਣ ਦੇਣਾ, ਉਸ 'ਤੇ ਆਪਣਾ ਠੱਪਾ ਨਹੀਂ ਲਾਉਣਾ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਵੀ ਇਹ ਕਨੇਹੀ ਦਾਤ ਆਪਸ 'ਤੇ ਜੋ ਪਾਈ ਹੈ। ਫਿਰ ਉਹ ਦਾਤ ਨਹੀਂ ਰਹਿੰਦੀ ਜੇ ਬੰਦਾ ਠੱਪਾ ਲਾ ਲੇ ਵੀ ਇਹ ਤਾਂ ਮੈਂ ਪ੍ਰਾਪਤ ਕੀਤੀ ਹੈ। ਨਾਨਕ ਸਾ ਕਰ ਮਾਤ ਸਾਹਿਬ ਤੁਠੇ ਜੋ ਮਿਲੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਬਖਸ਼ਿਸ਼ ਉਹਨੂੰ ਅਸਲ ਦੇ ਵਿੱਚ ਕਹਿੰਦੇ ਨੇ ਜਿਹੜਾ ਮਾਲਕ ਟੁੱਟ ਕੇ ਜਾਂ ਪ੍ਰਸੰਨ ਹੋ ਕੇ ਕਰਦਾ। ਜਿਹੜੀ ਇਹਦੇ ਵਿੱਚ ਵੀ ਫਰਕ ਹੈ। ਇੱਕ ਚੀਜ਼ ਜਿਹੜੀ ਹੈ ਧੱਕੇ ਨਾਲ, ਜ਼ਬਰਦਸਤੀ ਨਾਲ, ਵਾਰ-ਵਾਰ ਕਹਿ ਕੇ ਕੀਤੀ ਜਾਏ, ਅਤੇ ਇੱਕ ਜਿਹੜੀ ਆਪਣੇ ਆਪ ਉਹ ਟੁੱਟ ਕੇ ਆਪ ਕਹੇ ਵੀ ਦੱਸ ਕੀ ਚਾਹੀਦਾ, ਉਹਦੇ ਵਿੱਚ ਫਰਕ ਹੈ। ਇੱਕ ਚੀਜ਼ ਜਿਹੜੀ ਹੈ ਕਹਿ ਕੇ, ਵਾਰ-ਵਾਰ ਕਹਿ ਕੇ, ਮਜਬੂਰ ਕਰਕੇ ਕਿਸੇ ਕੋਲ ਮੰਗੀ ਜਾਏ ਉਹ। ਇੱਕ ਜਿਹੜੀ ਹੈ ਕੋਈ ਆਪਣੇ ਆਪ ਸਾਨੂੰ ਭੇਟ ਕਰ ਦੇਵੇ, ਆਪਣੇ ਆਪ ਦੇਵੇ, ਉਹ ਭਾਵੇਂ ਕੋਈ ਘੱਟ ਕੀਮਤ ਦੀ ਚੀਜ਼ ਕਿਉਂ ਨਾ ਹੋਵੇ, ਉਹ ਬਹੁਤ ਕੀਮਤੀ ਹੁੰਦੀ ਹੈ। ਜਾਂ ਇੰਝ ਕਹਿ ਲਈਏ ਕਿਸੇ ਦੁਆਰਾ ਦਿੱਤਾ ਗਿਆ ਗਿਫਟ, ਭਾਵੇਂ ਉਸ ਦੀ ਕੀਮਤ ਬਹੁਤ ਘੱਟ ਹੋਵੇ, ਥੋੜ੍ਹੇ ਪੈਸਿਆਂ 'ਚ ਹੋਵੇ, ਪਰ ਉਹ ਜਿਹੜਾ ਗਿਫਟ ਹੁੰਦਾ ਉਹਦੀ ਕੋਈ ਕੀਮਤ ਨਹੀਂ ਹੈ, ਉਹ ਅਨਮੋਲ ਹੁੰਦਾ, ਬੇਸ਼ਕੀਮਤੀ ਹੁੰਦਾ। ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਹੈ, ਮਹਾਰਾਜ ਜੀ ਕਹਿੰਦੇ ਸਾਹਿਬ ਤੁਠੇ ਜੋ ਮਿਲੇ। ਜੇ ਪ੍ਰਮਾਤਮਾ ਕੋਲੋਂ ਮਿਹਰ ਦੇ ਨਾਲ ਜਾਂ ਉਹ ਟੁੱਟ ਕੇ ਸਾਨੂੰ ਬਖਸ਼ਿਸ਼ ਦੇਵੇ ਅਤੇ ਉਹ ਮਹਾਰਾਜ ਜੀ ਕਹਿੰਦੇ ਫਿਰ ਬਹੁਤ ਬਰਕਤ ਲਿਆਉਂਦੀ ਹੈ। ਦੇਖੋ ਗੁਰੂਆਂ ਨੇ ਆਪਣੇ ਸਿੱਖਾਂ ਨੂੰ ਜਦੋਂ ਬਖਸ਼ਿਸ਼ਾਂ ਕੀਤੀਆਂ ਅਤੇ ਬਰਕਤਾਂ ਨਾਲ ਹੀ ਆ ਗਈ। ਉਹਨਾਂ ਨੇ ਕੋਈ ਬੈਂਕਾਂ ਦੇ ਵਿੱਚ ਸਿੱਖਾਂ ਨੇ ਪੈਸੇ ਜਮ੍ਹਾਂ ਨਹੀਂ ਸੀ ਕਰਾਏ, ਇੰਨਾ ਇਕੱਠਾ ਕਰਕੇ ਨਹੀਂ ਸੀ ਰੱਖਿਆ ਜਿੱਦਾਂ ਅੱਜ ਦੇ ਯੁੱਗ ਦੇ ਵਿੱਚ ਅਸੀਂ ਰੱਖਦੇ ਹਾਂ। ਉਸ ਸਮੇਂ ਇਸ ਤਰ੍ਹਾਂ ਨਹੀਂ ਸੀ, ਪਰ ਫਿਰ ਵੀ ਗੁਰੂਆਂ ਦੀ ਬਖਸ਼ਿਸ਼ ਇੰਨੀ ਬਰਕਤ ਲਿਆਂਦੀ। ਗੁਰੂ ਕੇ ਲੰਗਰਾਂ ਦੇ ਵਿੱਚ ਕਿਸੇ ਕਿਸਮ ਦੀ ਕਦੀ ਤੋਟ ਹੀ ਨਹੀਂ ਆਈ, ਕਿਉਂਕਿ ਸਾਹਿਬ ਜਦੋਂ ਟੁੱਟਦਾ, ਟੁੱਟਾ ਸੱਚਾ ਪਾਤਸ਼ਾਹ ਤਬ ਗਿਆ ਸੰਸਾਰਾ। ਇਸ ਕਰਕੇ ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਨਾਨਕ ਸਾ ਕਰ ਮਾਇਤ ਸਾਹਿਬ ਤੁਠੇ ਜੋ ਮਿਲੇ। ਸੋ ਜੋ ਸਾਨੂੰ ਬਖਸ਼ਿਸ਼ ਟੁੱਟ ਕੇ ਪਿਆਰ ਨਾਲ, ਆਸ਼ੀਰਵਾਦ ਨਾਲ, ਅਸੀਸ ਨਾਲ, ਸਹਿਜ ਸੁਭਾਏ ਮਾਲਕ ਦੇਵੇਗਾ, ਉਹ ਬਹੁਤ ਵੱਡੀ ਹੋਵੇਗੀ। ਇਸ ਕਰਕੇ ਮਹਾਰਾਜ ਜੀ ਦੀ ਬਖਸ਼ਿਸ਼ ਦੀ ਉਡੀਕ ਕਰਨੀ ਚਾਹੀਦੀ ਹੈ। ਮਹਾਰਾਜ ਜੀ ਦੀ ਮਿਹਰ ਦੀ ਬਿਲਕੁਲ ਸਾਡੇ ਅੰਦਰ ਖਿੱਚ ਹੋਣੀ ਚਾਹੀਦੀ ਹੈ ਵੀ ਮਿਹਰਬਾਨ ਦੀ ਸਾਨੂੰ ਮਿਹਰ ਮਿਲੇਗੀ, ਉਹ ਸਾਡੇ 'ਤੇ ਟੁੱਟੇਗਾ। ਮਨੁੱਖ ਦੇ ਵਿਚਾਰ ਜਿਹੜੇ ਨੇ ਉਹ ਬਹੁਤ ਸੋਹਣੇ ਹੋ ਜਾਣ, ਮਨੁੱਖ ਦਾ ਸੁਭਾਅ ਬਹੁਤ ਚੰਗਾ ਹੋ ਜਾਵੇ, ਬੋਲਬਾਣੀ ਬਹੁਤ ਚੰਗੀ ਹੋ ਜਾਵੇ, ਉਸ ਦਾ ਵਿਹਾਰ ਬਹੁਤ ਚੰਗਾ ਹੋ ਜਾਵੇ, ਉਹ ਆਨੰਦ ਵਿੱਚ ਰਹੇ, ਸਮਝੋ ਵੀ ਉਸ 'ਤੇ ਰੱਬ ਟੁੱਟ ਗਿਆ, ਉਸ 'ਤੇ ਮਿਹਰਬਾਨ ਦੀ ਮਿਹਰ ਹੋ ਗਈ। ਇਹ ਮਿਹਰ ਦੀਆਂ ਨਿਸ਼ਾਨੀਆਂ ਨੇ।
ਉਹਨੂੰ ਕਾਹਲੀ ਪੈਣੀ ਬੰਦ ਹੋ ਜਾਏ, ਗੁੱਸਾ ਚੜ੍ਹਨਾ ਬੰਦ ਹੋ ਜਾਏ, ਉਹ ਸ਼ਾਂਤ ਹੀ ਰਵੇ, ਕੋਈ ਗੱਲ ਨਹੀਂ। ਜਿੱਥੇ ਮਾਲਕ ਨੇ ਰੱਖਿਆ ਕੋਈ ਗੱਲ ਨਹੀਂ। ਕੋਈ ਬਹੁਤੀ ਚੀਜ਼ ਮਿਲ ਜਾਵੇ ਤਾਂ ਵੀ ਕੋਈ ਫਰਕ ਨਹੀਂ, ਘੱਟ ਮਿਲ ਜਾਵੇ ਤਾਂ ਵੀ ਕੋਈ ਫਰਕ ਨਹੀਂ। ਇੱਦਾਂ ਦੀ ਅਵਸਥਾ ਚੀਜ਼ ਜਿਹੜੀ ਹੈ ਮਾਲਕ ਦੀ ਮਿਹਰ ਦੀਆਂ ਨਿਸ਼ਾਨੀਆਂ ਹਨ। ਜਿਸ ਕੋਲ ਇਹ ਚੀਜ਼ਾਂ ਹਨ ਉਹ ਸਮਝੇ ਉਸ 'ਤੇ ਮਾਲਕ ਅੰਦਰ ਵਸਿਆ ਹੋਇਆ ਹੈ। ਮਹੱਲਾ ਦੂਜਾ। ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ। ਪਾਤਸ਼ਾਹ ਜੀ ਕਹਿੰਦੇ ਨੇ ਇਹ ਕਿੱਦਾਂ ਦੀ ਚਾਕਰੀ ਹੈ, ਕਿੱਦਾਂ ਦੀ ਸੇਵਾ ਹੈ। ਜੇਕਰ ਸੇਵਾ ਕਰਨ ਤੋਂ ਬਾਅਦ, ਚਾਕਰੀ ਕਰਨ ਤੋਂ ਵੀ ਬਾਅਦ ਜਿਹੜਾ ਅੰਦਰੋਂ ਜਿਹੜਾ ਭਉ ਡਰ ਜਿਹੜਾ ਉਹ ਬਣਿਆ ਰਹੇ, ਜਿਸ ਦੇ ਅੰਦਰ ਫਿਰ ਵੀ ਭਉ ਡਰ ਕਿਸੇ ਵੀ ਕਿਸਮ ਦਾ ਬਣਿਆ ਰਵੇ, ਤੇ ਫਿਰ ਉਹ ਕਹਿੰਦੇ ਉਹ ਚਾਕਰੀ ਨਹੀਂ, ਉਹ ਸੇਵਾ ਨਹੀਂ। ਸੇਵਾ ਕਰਤੋ ਹੋਏ ਨਹਿਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਜੇ ਇੱਦਾਂ ਦੀ ਭਾਵਨਾ ਹੈ ਫਿਰ ਡਰ ਨਹੀਂ ਬਣੇਗਾ। ਜੇ ਕੁਛ ਕਰਨ ਦੇ ਬਦਲੇ ਕੁਛ ਲੈਣਾ ਭਾਵਨਾ ਵਿੱਚ ਵਸਿਆ ਹੋਇਆ ਵੀ ਮੈਂ ਇੰਨੀ ਚੀਜ਼ ਕੀਤੀ, ਮੈਨੂੰ ਇਹਦੇ ਬਦਲੇ ਆ ਚਾਹੀਦੀ ਹੈ। ਜਿਵੇਂ ਅਸੀਂ ਸਤਸੰਗ ਜੀ ਕੋਈ ਚੀਜ਼ਾਂ ਸੁੱਖ ਲੈਂਦੇ ਹਾਂ, ਜਿਹਨੂੰ ਸੁੱਖਣਾ ਕਹਿੰਦੇ ਨੇ। ਇਹ ਸ਼ਰਤਾਂ ਹੁੰਦੀਆਂ ਨੇ ਜੋ ਗੁਰਮਤਿ ਇਜਾਜ਼ਤ ਨਹੀਂ ਦਿੰਦੀ ਵੀ ਆਹ ਮੇਰਾ ਕੰਮ ਹੋ ਜਾਏ। ਜਿਵੇਂ ਆਹ ਹੁਣ ਸੰਗ ਚੱਲਣਾ ਨਾ, ਬੜਿਆਂ ਨੇ ਅਰਦਾਸਾਂ ਕਰਾਉਣੀਆਂ, ਇਹ ਠੇਕੇਦਾਰੀ ਹੈ, ਵਪਾਰ ਹੈ। ਮੇਰਾ ਮੁੰਡਾ ਬਾਹਰ ਪਹੁੰਚ ਜਾਏ, ਮੈਂ ਅਖੰਡ ਪਾਠ ਕਰਾਵਾਂਗਾ, ਵੀ ਜੇ ਨਾ ਪਹੁੰਚਿਆ ਫਿਰ ਥੋੜ੍ਹਾ ਕਰਾਉਣਾ। ਇਹ ਕੀ ਹੋਇਆ? ਗੁਸਤਾਖੀ ਮਾਫ। ਇਹ ਬਿਲਕੁਲ ਸੌਦੇਬਾਜ਼ੀ ਹੈ, ਇਹਨੂੰ ਗੁਰੂ ਤਾਂ ਨਹੀਂ ਪ੍ਰਵਾਨ ਕਰਦਾ। ਭਾਵੇਂ ਕੋਈ ਜੋ ਮਰਜ਼ੀ ਕਰੀ ਜਾਵੇ, ਆਹ ਚੀਜ਼ ਹੋ ਜਾਏ ਤੇ ਫਿਰ ਮੈਂ ਇੱਥੇ ਆਹ ਚੀਜ਼ ਕਰਾਂਗਾ। ਵੀ ਪਹਿਲਾਂ ਉੱਦਾਂ ਹੀ ਕਰਾ ਦੇ, ਬਗੈਰ ਹੀ ਕਿਸੇ ਗੱਲ ਤੋਂ ਪਹਿਲਾਂ ਪੈਸੇ ਦੇ ਦੇ, ਜਮ੍ਹਾਂ ਕਰਾ ਦੇ। ਬੈਂਕ ਵਿੱਚ ਪਹਿਲਾਂ ਹੀ ਜਮ੍ਹਾਂ ਕਰਾਈ ਦੇ, ਵਿਆਜ ਫਿਰ ਹੀ ਮਿਲਦਾ। ਅਤੇ ਜੇ ਪਹਿਲਾਂ ਹੀ ਕਹੇ ਵੀ ਸਾਨੂੰ ਵਿਆਜ ਦੇ ਦਿਓ ਅਤੇ ਅਸੀਂ ਬਾਅਦ ਵਿੱਚ ਜਮ੍ਹਾਂ ਕਰਾਵਾਂਗੇ, ਅਤੇ ਦੁਨੀਆ ਦੇ ਬੈਂਕਾਂ 'ਚ ਚੱਲਦੀ ਗੱਲ। ਅਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਫਿਰ ਇਹ ਕਿਵੇਂ ਪ੍ਰਵਾਨ ਹੋ ਜਾਏਗਾ ਵੀ ਇਹ ਕਰ। ਮਹਾਰਾਜ ਜੀ ਕਹਿੰਦੇ ਜਿੱਥੇ ਸ਼ਰਤ ਹੈ ਨਾ ਠੇਕੇਦਾਰੀ, ਠੇਕਾ ਨਹੀਂ ਹੁੰਦਾ, ਠੇਕਾ ਨਹੀਂ ਹੁੰਦਾ। ਜੇ ਠੇਕਾ ਕੀਤਾ ਜਾਏ ਤਾਂ ਫਿਰ ਉਹ ਪ੍ਰਵਾਨ ਨਹੀਂ ਹੁੰਦਾ। ਜਿਵੇਂ ਸੱਤੇ ਬਲਵੰਡ ਦੀ ਅਸੀਂ ਸਾਖੀ ਬੜੀ ਵਾਰ ਪੜ੍ਹੀ ਹੈ, ਸੁਣੀ ਹੈ। ਉਹਨਾਂ ਨੇ ਠੇਕਾ ਕੀਤਾ ਸੀ ਅਤੇ ਉਹਨਾਂ ਦੀ ਵੀ ਸੇਵਾ ਜਿਹੜੀ ਸੀ ਉਹ ਪ੍ਰਵਾਨ ਨਹੀਂ ਕੀਤੀ ਗਈ। ਸੋ ਇਸ ਕਰਕੇ ਗੁਰੂ ਦੇ ਅੱਗੇ ਤੇ ਮਹਾਰਾਜ ਜੀ ਕਹਿੰਦੇ ਕੇਵਲ ਅਰਦਾਸ ਕਰਨੀ ਹੈ, ਬਾਕੀ ਉਹਨੇ ਦੇਣਾ, ਕਦੋਂ ਦੇਣਾ, ਕਿੰਨਾ ਦੇਣਾ, ਅਤੇ ਇਹ ਜਿਹੜਾ ਫਿਰ ਉਹਦੇ 'ਤੇ ਛੱਡ ਦਿੱਤਾ ਜਾਣਾ ਚਾਹੀਦਾ। ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ। ਜੇ ਦਿਲ ਵਿੱਚ ਡਰ ਹੀ ਬਣਿਆ ਰਿਹਾ, ਸਹਿਮ ਹੀ ਬਣਿਆ ਰਿਹਾ, ਅਤੇ ਫਿਰ ਮਹਾਰਾਜ ਜੀ ਕਹਿੰਦੇ ਸੇਵਾ ਅਤੇ ਸਿਮਰਨ ਦਾ ਫਿਰ ਕੋਈ ਫਾਇਦਾ ਨਾ ਹੋਇਆ। ਸੇਵਾ ਅਤੇ ਸਿਮਰਨ ਜਿਹੜਾ ਹੈ ਉਹ ਤਾਂ ਅੰਦਰੋਂ ਹਰ ਪ੍ਰਕਾਰ ਦਾ ਡਰ ਕੱਢਦਾ, ਹਰ ਪ੍ਰਕਾਰ ਦੀ ਪਰੇਸ਼ਾਨੀ ਅਤੇ ਚਿੰਤਾ ਨੂੰ ਦੂਰ ਕਰਦਾ। ਇਸ ਕਰਕੇ ਕਿਸੇ ਕਿਸਮ ਦਾ ਮਨ ਵਿੱਚ ਡਰ ਜਿਹੜਾ ਸੇਵਾ ਕਰਦਾ, ਸਿਮਰਨ ਕਰਦਾ, ਨਿਤਨੇਮ ਕਰਦਾ, ਉਹਦੇ ਮਨ ਵਿੱਚੋਂ ਚਲਾ ਜਾਣਾ ਚਾਹੀਦਾ। ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਸਿੱਖ ਨੂੰ, ਖਾਲਸੇ ਨੂੰ ਰਹਿਣਾ ਚਾਹੀਦਾ। ਡਰ ਤੋਂ ਰਹਿਤ ਰਹਿਣਾ ਚਾਹੀਦਾ, ਆਨੰਦ ਵਿੱਚ ਰਹਿਣਾ ਚਾਹੀਦਾ। ਨੌਵੇਂ ਪਾਤਸ਼ਾਹ ਜੀ ਕਹਿੰਦੇ ਨੇ ਡਰ ਉਸ ਚੀਜ਼ ਦਾ ਕੀਤਾ ਜਾਏ ਜਿਹੜੀ ਹੋਣੀ ਨਹੀਂ। ਚਿੰਤਾ ਤੱਕ ਕੀ ਕੀਜੀ ਹੈ ਜੋ ਅਨਹੋਣੀ ਹੋਏ। ਜਿਹੜੀ ਚੀਜ਼ ਹੋ ਕੇ ਰਹਿਣੀ ਹੈ ਉਹ ਤਾਂ ਹੋਣੀ ਹੈ। ਜੇ ਸਾਡੇ ਜ਼ਿੰਦਗੀ ਹੈ ਅਤੇ ਮੌਤ ਲਿਖੀ ਹੈ ਉਹ ਤਾਂ ਹੋ ਕੇ ਰਹਿਣੀ ਇੱਕ ਦਿਨ। ਅਤੇ ਉਸ ਦਿਨ ਨੂੰ ਅਸੀਂ ਯਾਦ ਕਰ ਕਰਕੇ ਕਿਉਂ ਡਰਦੇ ਰਹੀਏ? ਜੇ ਜ਼ਿੰਦਗੀ ਦੇ ਵਿੱਚ ਕੋਈ ਸਾਡੇ ਨਾਲ ਗਲਤ ਹੋਣਾ ਹੈ ਅਤੇ ਉਹਦੀ ਆਪਾਂ ਅਰਦਾਸ ਕਰੀਏ, ਕਿਉਂਕਿ ਗੁਰੂ ਜਿਹੜਾ ਹੈ ਇਹ ਸਭ ਕੁਝ ਸਹੀ ਵੀ ਕਰ ਦਿੰਦਾ, ਕੱਟ ਵੀ ਦਿੰਦਾ। ਇਸੇ ਕਰਕੇ ਤਾਂ ਅਸੀਂ ਅਰਦਾਸਾਂ ਬੇਨਤੀਆਂ ਕਰੀਦੀਆਂ ਵੀ ਵਿਘਨ ਵਿਨਾਸ਼ਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੋ ਘਰ ਆਇਆ। ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ। ਆਪਾਂ ਆਪਣੇ ਅੰਦਰੋਂ ਮਹਾਰਾਜ ਜੀ ਕਹਿੰਦੇ ਇਹ ਚੀਜ਼ ਜਿਹੜੀ ਹੈ ਦੂਰ ਕਰਨੀ ਹੈ, ਉਹਦੀ ਦਾਤ ਜਿਹੜੀ ਹੈ ਡਰ ਰਹਿਤ ਹੋ ਕੇ ਪ੍ਰਾਪਤ ਕਰਨੀ ਹੈ। ਨਾਨਕ ਸੇਵਕ ਕਾਂਢੀ ਹੈ ਜੇ ਸੇਤੀ ਖਸਮ ਸਮਾਏ। ਸੱਚਾ ਸੇਵਕ ਮਹਾਰਾਜ ਜੀ ਕਹਿੰਦੇ ਉਹੀ ਹੈ, ਉਹੀ ਅਖਵਾਂਦਾ ਹੈ
ਜੋ ਆਪਣੇ ਮਾਲਕ ਦੇ ਨਾਲ ਮਿਲ ਜਾਂਦਾ ਉਹਦੇ ਵਿੱਚ ਅਭੇਦ ਹੋ ਜਾਂਦਾ, ਉਹਦਾ ਰੂਪ ਹੋ ਜਾਂਦਾ। ਨਾਨਕ ਸੇਵਕ ਕਾਂਢੀ ਹੈ। ਕਾਂਢੀ ਹੈ ਮਤਲਬ ਆਖੀਦਾ, ਸੇਵਕ ਉਸ ਨੂੰ ਆਖੀਦਾ, ਉਹ ਆਖਿਆ ਜਾਂਦਾ, ਉਹਨੂੰ ਕਹੀਦਾ ਜਿਹੜਾ ਆਪਣੇ ਉਸ ਮਾਲਕ ਵਿੱਚ, ਇਸ਼ਟ ਵਿੱਚ, ਰੱਬ ਵਿੱਚ ਅਭੇਦ ਹੋ ਜਾਏ। ਅਭੇਦ ਦਾ ਮਤਲਬ ਇਹ ਨਹੀਂ ਵੀ ਕੋਈ ਮਰ ਜਾਏ ਅਤੇ ਫਿਰ ਆਪਾਂ ਪੜ੍ਹੀਏ ਵੀ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਸ ਦਿਨ ਨੂੰ ਨਹੀਂ ਅਭੇਦ ਹੋਣਾ। ਕਹਿੰਦੇ ਵੀ ਮਰਨ ਤੋਂ ਬਾਅਦ ਬੰਦਾ ਉਸ ਪਰਮਾਤਮਾ ਵਿੱਚ ਰਲ ਜਾਂਦਾ ਹੈ। ਉਸ ਦਿਨ ਨੂੰ ਕਿਹਾ ਜਾਂਦਾ ਵੀ ਉਹਦੇ ਵਿੱਚ ਛੇਤੀ ਖਸਮ ਸਮਾਏ, ਵੀ ਉਹ ਚੀਜ਼ ਨੂੰ ਸਮਾਉਣਾ ਕਹਿੰਦੇ ਨੇ। ਨਹੀਂ, ਜਿੱਦਾਂ ਦੇ ਪਰਮਾਤਮਾ, ਜਿਵੇਂ ਦਾ ਪਰਮਾਤਮਾ ਹੈ ਉੱਦਾਂ ਦੇ ਅਸੀਂ ਬਣ ਜਾਈਏ, ਇਹਦਾ ਮਤਲਬ ਉਹਦੇ ਵਿੱਚ ਸਮਾਉਣਾ। ਜਿਵੇਂ ਪਰਮਾਤਮਾ ਦੀ ਬੋਲੀ ਹੈ ਉਸ ਤਰ੍ਹਾਂ ਦੀ ਬੋਲੀ ਸਾਡੀ ਬਣ ਜਾਏ, ਉਸ ਪਰਮਾਤਮਾ ਵਿੱਚ ਸਮਾਉਣਾ। ਜਿਵੇਂ ਪਰਮਾਤਮਾ ਨੇ, ਸਾਡੇ ਗੁਰੂ ਨੇ ਸਾਨੂੰ ਕਰਨ ਨੂੰ ਕਿਹਾ, ਉਸੇ ਤਰ੍ਹਾਂ ਚੀਜ਼ ਕਰਨੀ ਹੈ। ਇਹ ਪਰਮਾਤਮਾ ਵਿੱਚ ਸਮਾਉਣਾ ਹੈ। ਜਿਵੇਂ ਪਰਮਾਤਮਾ ਦੁਨੀਆ ਨੂੰ ਦੇਖਦਾ ਉਸੇ ਤਰ੍ਹਾਂ ਵੇਖਣਾ, ਇਹ ਜਿਉਂਦੇ ਜੀ ਪਰਮਾਤਮਾ ਵਿੱਚ ਸਮਾਉਣਾ ਹੈ। ਜਿਵੇਂ ਦਾ ਵਿਹਾਰ ਦੁਨੀਆ ਦੇ ਨਾਲ ਪਰਮਾਤਮਾ ਕਰਦਾ ਉਸੇ ਤਰ੍ਹਾਂ ਦਾ ਵਿਹਾਰ ਆਪਣੇ ਵਿੱਚ ਆ ਜਾਣਾ, ਉੱਦਾਂ ਦਾ ਸੁਭਾਅ ਆਪਣਾ ਬਣ ਜਾਣਾ। ਇਸ ਨੂੰ ਕਹਿੰਦੇ ਨੇ ਜੇ ਛੇਤੀ ਖਸਮ ਸਮਾਏ, ਉਹਦੇ ਵਿੱਚ ਸਮਾ ਜਾਣਾ ਕਹਿੰਦੇ ਹਨ, ਉਹਦੇ ਵਿੱਚ ਅਭੇਦ ਹੋ ਜਾਣਾ ਕਹਿੰਦੇ ਨੇ। ਉਹ ਜਿਉਂਦੇ ਜੀ ਬੰਦਾ ਦੇਖਿਆ ਵੀ ਜਾ ਸਕਦਾ ਵੀ ਇਹ ਅਭੇਦ ਹੈ, ਉਸ ਦੀਆਂ ਆਦਤਾਂ ਤੋਂ, ਉਸ ਦੇ ਜੀਵਨ ਤੋਂ ਪਤਾ ਲੱਗ ਸਕਦਾ। ਮਰਨ ਤੋਂ ਬਾਅਦ ਕੋਈ ਸਮਾਇਆ ਨਹੀਂ ਸਮਾਇਆ, ਕਿਸੇ ਨੂੰ ਕਿਸੇ ਦਾ ਕੋਈ ਪਤਾ ਨਹੀਂ, ਕੋਈ ਕਿੱਧਰ ਗਿਆ। ਭਾਵੇਂ ਉਹ ਆਪਣੇ ਜੀਵਨ ਦੇ ਵਿੱਚ ਕੋਈ ਜਪ ਤਪ ਕਰਦਾ ਸੀ, ਭਜਨ ਬੰਦਗੀ ਕਰਦਾ ਸੀ, ਕਿਸੇ ਦਾ ਕੋਈ ਪਤਾ ਨਹੀਂ, ਕੋਈ ਨਹੀਂ ਕਰਦਾ ਸੀ ਵੀ ਉਹ ਆਪਣੇ ਇਸ ਜੀਵਨ ਯਾਤਰਾ ਤੋਂ ਬਾਅਦ, ਮਰਨ ਤੋਂ ਬਾਅਦ ਉਹਦੇ ਵਿੱਚ ਸਮਾਇਆ ਜਾਂ ਨਹੀਂ ਸਮਾਇਆ, ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ, ਕੋਈ ਗਰੰਟੀ ਨਹੀਂ। ਸੋ ਜਿਉਂਦੇ ਜੀ ਗੁਰਮਤਿ ਦੇ ਧਾਰਨੀ ਬਣਨਾ, ਜਿਉਂਦੇ ਜੀ ਭੈ ਤੇ ਭਉ ਦੇ ਵਿੱਚ ਰਹਿਣਾ, ਜਿਉਂਦੇ ਜੀ ਜਿਵੇਂ ਦਾ ਰੱਬ ਦਾ ਸੁਭਾਅ ਦੱਸਿਆ, ਸਾਡੇ ਸਤਿਗੁਰਾਂ ਦਾ ਸੁਭਾਅ ਦੱਸਿਆ, ਉਸੇ ਤਰ੍ਹਾਂ ਦਾ ਸੁਭਾਅ ਬਣਾ ਲੈਣਾ। ਜਿਵੇਂ ਗੁਰੂ ਗੁਰਮਤਿ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਕੇ ਗਏ ਨੇ, ਭਗਤ ਬਤੀਤ ਕਰਕੇ ਗਏ ਨੇ, ਆਏ ਦਾ ਹਰਕ ਨਹੀਂ, ਗਏ ਦਾ ਸੋਗ ਨਹੀਂ, ਬੇਪਰਵਾਹੀਆਂ ਦੇ ਵਿੱਚ ਔਰ ਉਸ ਦੇ ਭਾਣੇ ਦੇ ਵਿੱਚ ਜੀਵਨ ਬਤੀਤ ਕਰਕੇ ਗਏ ਨੇ। ਇਹ ਉਸ ਪਰਮਾਤਮਾ ਦੇ ਵਿੱਚ ਸਮਾਉਣਾ ਹੈ, ਪਰਮਾਤਮਾ ਵਰਗਾ ਹੋ ਜਾਣਾ, ਪਰਮਾਤਮਾ ਵਿੱਚ ਸਮਾਉਣਾ ਹੈ। ਭੇਦ ਨ ਜਾਣੋ ਮੂਲ ਸਾਈਂ ਜਿਹਾ, ਜਿਨ੍ਹਾਂ ਨ ਵਿਸਰੇ ਨਾਮ ਸੇ ਕਨਿਹਿਆ। ਉਹਦੇ ਵਰਗੇ ਹੀ ਇਸ ਧਰਤੀ 'ਤੇ ਦਿਸਦੇ ਹਨ, ਉਹਦੇ ਵਰਗੇ ਹੀ ਬਣ ਜਾਂਦੇ ਹਨ। ਇਹਦਾ ਮਤਲਬ ਹੈ ਉਹਦੇ ਵਿੱਚ ਸਮਾਏ ਹੁੰਦੇ ਹਨ। ਜਦੋਂ ਕੱਪੜਾ, ਕੋਈ ਕਿਸੇ ਕੱਪੜੇ ਨੂੰ ਰੰਗਣਾ ਹੋਵੇ, ਚਿੱਟੇ ਕੱਪੜੇ ਨੂੰ, ਜਦੋਂ ਤੱਕ ਉਹ ਰੰਗ ਵਿੱਚ ਭਿੱਜਦਾ ਨਹੀਂ ਉਦੋਂ ਤੱਕ ਉਹ ਰੰਗੀਨ ਨਹੀਂ ਬਣਦਾ। ਜੇ ਰੰਗੀਨ ਦਿਸ ਰਿਹਾ, ਜੇ ਉਹ ਆਮ ਚਿੱਟਾ ਕੱਪੜਾ ਰੰਗੀਨ ਦਿਸ ਰਿਹਾ ਹੈ ਤਾਂ ਇਹਦਾ ਮਤਲਬ ਉਹ ਰੰਗ ਵਿੱਚ ਭਿੱਜ ਗਿਆ, ਉਹ ਰੰਗ ਵਿੱਚ ਸਮਾ ਗਿਆ, ਰੰਗ ਉਸ ਵਿੱਚ ਸਮਾ ਗਿਆ ਅਤੇ ਉਹ ਪਹਿਲੇ ਵਾਲਾ ਰੰਗ ਉਸ ਦਾ ਰਿਹਾ ਹੀ ਨਹੀਂ। ਉਹ ਰੰਗ ਵਿੱਚ ਸਮਾ ਗਿਆ, ਰੰਗ ਉਸ ਵਿੱਚ ਸਮਾ ਗਿਆ, ਉਹ ਪਹਿਲੇ ਵਾਲਾ ਰੰਗ ਉਹਦੇ ਵਿੱਚ ਰਿਹਾ ਹੀ ਨਹੀਂ, ਹੋਰ ਰੰਗ ਚੜ੍ਹ ਗਿਆ, ਕਿਉਂਕਿ ਸਮਾ ਗਿਆ ਨਾ। ਜਦੋਂ ਚੀਜ਼ ਸਮਾ ਜਾਂਦੀ ਹੈ ਉਹਦਾ ਵਜੂਦ ਜਿਹੜਾ ਹੋਰ ਕੁਛ ਬਣ ਜਾਂਦਾ। ਇੱਕ ਸਿੰਪਲ ਕੱਪੜਾ ਹੈ, ਉਹਨੂੰ ਪਾਣੀ ਨਾਲ ਭਿਓ ਦਿਓ, ਜਦੋਂ ਭਿਓ ਕੇ ਉਹਨੂੰ ਵੇਟ ਕਰੋ ਤਾਂ ਉਹਦਾ ਭਾਰ ਹੋਰ ਹੋਏਗਾ। ਜਦੋਂ ਉਸ ਨੂੰ ਸੁਕਾ ਦਿੱਤਾ ਜਾਏ ਕੁਛ ਹੋਰ ਹੋਏਗਾ। ਜਦੋਂ ਰੰਗ ਵਿੱਚ ਭਿਉਂ ਦਿੱਤਾ ਜਾਏ ਅਤੇ ਉਹਨੂੰ ਰੰਗ ਚੜ੍ਹ ਜਾਏ ਫਿਰ ਰੰਗ ਹੋਰ ਹੋਏਗਾ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਦੇ ਰੰਗ ਵਿੱਚ ਰੰਗੇ ਜਾਣਾ ਹੀ ਪਰਮਾਤਮਾ ਵਿੱਚ ਸਮਾਉਣਾ ਹੈ। ਇਹਦੇ ਲਈ ਸ਼ਬਦ, ਕੀਰਤਨ, ਕਥਾ, ਨਿਤਨੇਮ, ਸਿਮਰਨ, ਜੋ ਵੀ ਰੱਬ ਦੀ ਸਿਫਤ ਸਲਾਹ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਕਰਨੀ ਚਾਹੀਦੀ ਹੈ। ਇਹਦੇ ਬਾਰੇ ਮਹਾਰਾਜ ਦੀ ਇੱਕ ਹੋਰ ਪੰਕਤੀ ਪੜ੍ਹਦੇ ਹਾਂ
जिनके चोले रतड़े प्यारे कंत तिना के पास, धूड़ तिना की जे मिले जी कहो नानक की अरदास। सो ਜਿਹੜੇ ਉਸ ਦੇ ਨਾਲ ਇਸ ਤਰ੍ਹਾਂ ਰੰਗੇ ਗਏ ਉਹ ਸਮਾਏ ਗਏ ਹਨ। ਪੌੜੀ ਨਾਨਕ ਅੰਤ ਨ ਜਾਪਣੀ ਹਰ ਤਾਕੇ ਪਾਰਾਵਾਰ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਉਸ ਪਰਮਾਤਮਾ ਨੂੰ ਕੋਈ ਉਹਦੀ ਹੱਦ ਨੂੰ ਜਾਣਨ ਦੀ ਕੋਸ਼ਿਸ਼ ਕਰੇ, ਉਹਦੇ ਅੰਤ ਨੂੰ ਪਾਉਣ ਦਾ ਯਤਨ ਕਰੇ, ਜਾਂ ਕਹੇ ਵੀ ਮੈਂ ਪਰਮਾਤਮਾ ਦੀ ਹੱਦਬੰਦੀ ਵੇਖਣੀ ਹੈ, ਅਤੇ ਫਿਰ ਉਹ ਇਸ ਤਰ੍ਹਾਂ ਭੁੱਲ ਜਾਏ ਉਸ ਦਾ ਕੋਈ ਅੰਤ ਨਹੀਂ, ਉਸ ਦੀ ਕੋਈ ਹੱਦ ਨਹੀਂ, ਉਹ ਬੜਾ ਪਾਰਾਵਾਰ ਹੈ। ਨਾਨਕ ਅੰਤ ਨਾ ਜਾਪਣੀ ਹਰ ਤਾਕੇ ਪਾਰਾਵਾਰ। ਨਾ ਮਹਾਰਾਜ ਜੀ ਕਹਿੰਦੇ ਕਹਿਣ ਨਾਲ ਅੰਤ ਉਹਦਾ ਪਾਇਆ ਜਾ ਸਕਦਾ, ਨਾ ਸੁਣਨ ਨਾਲ ਅੰਤ, ਨਾ ਸਿਫਤੀ ਕਹਿਣ ਨਾ ਅੰਤ। ਉਹਦਾ ਅੰਤ ਕੋਈ ਜਿੰਨਾ ਮਰਜ਼ੀ ਅੰਦਰੋਂ ਵਧੀਆ ਤਰੀਕੇ ਦੇ ਨਾਲ ਬੋਲ ਲਵੇ, ਜਿੰਨਾ ਮਰਜ਼ੀ ਸੋਹਣਾ ਸੁਣ ਲਵੇ, ਜਿੰਨੀ ਮਰਜ਼ੀ ਕੋਈ ਉੱਚੀ ਉੱਚੀ ਲੈਕਚਰ ਕਰਕੇ ਸੁਣਾ ਦੇਵੇ, ਪਰ ਫਿਰ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਬੇਅੰਤ ਦਾ ਅੰਤ ਹੀ ਕੋਈ ਨਹੀਂ। ਜਿਹਦਾ ਅੰਤ ਹੋਵੇ ਉਹ ਰੱਬ ਨਹੀਂ, ਉਹ ਫਿਰ ਕੋਈ ਵਸਤੂ ਹੋ ਸਕਦੀ ਹੈ ਜਿਸ ਦੀ ਹੱਦ ਨਿਸ਼ਚਿਤ ਹੁੰਦੀ ਹੈ, ਚਾਹੇ ਉਹ ਦੇਸ਼ ਹੋ ਸਕਦਾ ਹੈ, ਵਸਤੂ ਹੋ ਸਕਦੀ ਹੈ, ਜ਼ਮੀਨ ਭੂਮੀ ਹੋ ਸਕਦੀ ਹੈ, ਕਿਉਂਕਿ ਉਹਦੀ ਹੱਦ ਹੈ। ਪਰਮਾਤਮਾ ਕਹਿੰਦੇ ਹੀ ਉਹਨੂੰ ਹੈ, ਅਗੰਮ ਅਪਾਰ ਕਹਿੰਦੇ ਹੀ ਉਹਨੂੰ ਹੈ ਜਿਸ ਦੀ ਕੋਈ ਹੱਦ ਨਹੀਂ, ਜਿਹੜਾ ਹੱਦਾਂ ਤੋਂ ਬਾਹਰ ਹੈ, ਹੱਦਾਂ ਤੋਂ ਪਰੇ ਹੈ। ਹੱਦਾਂ ਇਨਸਾਨ ਦੁਆਰਾ ਬਣਾਈਆਂ ਜਾਂਦੀਆਂ ਹਨ, ਪਰਮਾਤਮਾ ਦੁਆਰਾ ਕੋਈ ਹੱਦ ਨਹੀਂ। ਜੇ ਪਰਮਾਤਮਾ ਹੱਦ ਦੇ ਅੰਦਰ ਹੋਵੇ ਤਾਂ ਉਹ ਦੂਸਰੀ ਹੱਦ 'ਤੇ ਬਾਹਰ ਜਾ ਹੀ ਨਹੀਂ ਸਕਦਾ। ਇਸ ਕਰਕੇ ਨਾ ਉਹ ਸਰੀਰ ਹੈ ਅਤੇ ਨਾ ਹੀ ਉਹਦਾ ਕੋਈ ਰੂਪ ਹੈ, ਨਾ ਕੋਈ ਉਹਦੀ ਸਪੈਸ਼ਲ ਥਾਂ ਹੈ। ਧਿਆਨ ਦੇਣਾ, ਸਾਨੂੰ ਇੱਦਾਂ ਲੱਗਦਾ ਵੀ ਰੱਬ ਜਿਹੜਾ ਹੈ ਨਾ, ਕੋਈ ਸੱਚਖੰਡ ਇੱਕ ਵੱਖਰੀ ਜੀ ਕੋਈ ਕਲੋਨੀ ਹੋਏਗੀ, ਜਗ੍ਹਾ ਹੋਏਗੀ, ਇੱਦਾਂ ਦੀ ਜਗ੍ਹਾ ਹੋਏਗੀ ਉੱਪਰ, ਸਾਡੇ ਤੋਂ ਉੱਪਰ, ਫਿਰ ਉੱਥੇ ਸਾਰੇ ਬੈਠੇ ਹੋਣਗੇ। ਇੱਦਾਂ ਦੀ ਕਲਪਨਾ ਹੈ ਨਾ। ਕੋਈ ਬਹੁਤ ਵੱਡਾ ਘੇਰਾ ਹੋਏਗਾ, ਕੋਈ ਬਹੁਤ ਵੱਡੀ ਜਗ੍ਹਾ ਹੋਏਗੀ, ਉੱਥੇ ਸਾਰੇ ਇੱਦਾਂ ਚੌਂਕੜਾ ਮਾਰ ਕੇ ਬੈਠੇ ਹੋਣਗੇ ਅਤੇ ਉਹ ਰੱਬ ਦਾ ਦਰਬਾਰ ਹੋਏਗਾ। ਇਸ ਤਰ੍ਹਾਂ ਜੇ ਕੋਈ ਸਮਝਦਾ ਤਾਂ ਮੈਂ ਇਹਦੇ ਵਿੱਚ ਗਲਤ ਨਹੀਂ ਕਹਿੰਦਾ, ਪਰ ਪਰਮਾਤਮਾ ਦਾ ਘਰ ਦਰਗਾਹ ਸੱਚਖੰਡ ਬੈਕੁੰਠ, ਮਹਾਰਾਜ ਜੀ ਕਹਿੰਦੇ ਉਸ ਨੂੰ ਨਾ ਸਮਝਿਓ ਜੋ ਤੁਸੀਂ ਕਲਪਨਾ ਦੇ ਵਿੱਚ ਮਿੱਥ ਚੁੱਕੇ ਹੋ। ਜਿੰਨੀ ਬਨਸਪਤੀ ਹੈ, ਜੋ ਬ੍ਰਹਿਮੰਡ ਹੈ, ਜੋ ਸ੍ਰਿਸ਼ਟੀ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ, ਉਹ ਪਰਮਾਤਮਾ ਸਾਰੇ ਬ੍ਰਹਿਮੰਡ ਵਿੱਚ ਜਲੇ ਹਰੀ, ਥਲੇ ਹਰੀ, ਇਹਾਂ ਹਰੀ, ਉਹਾਂ ਹਰੀ, ਉਹ ਸਭ ਪਾਸੇ ਇੱਕੋ ਵਰਗਾ ਬਰਾਬਰ ਰਮਿਆ ਹੋਇਆ ਹੈ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਇਸ ਕਰਕੇ ਕੋਈ ਇਹ ਕਲਪਨਾ ਨਾ ਕਰੇ ਮਰਨ ਤੋਂ ਬਾਅਦ ਸ਼ਾਇਦ ਕੋਈ ਅਸੀਂ ਸਪੈਸ਼ਲ ਕਿਸੇ ਸੱਚਖੰਡ ਵਿੱਚ ਬੈਠ ਕੇ ਅਤੇ ਉਹਦੇ ਦਰਸ਼ਨ ਕਰਾਂਗੇ। ਜਿਹੜਾ ਅਸੀਂ ਗੁਰੂ ਦਰਬਾਰ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬੈਠ ਕੇ ਜੋ ਕਥਾ ਕੀਰਤਨ ਸੁਣਦੇ ਹਾਂ, ਇਹਦੇ ਤੋਂ ਵੱਡਾ ਹੋਰ ਕੋਈ ਸੱਚਖੰਡ ਨਹੀਂ ਹੋ ਸਕਦਾ। ਇੱਥੇ ਤਾਂ ਸਾਰੇ ਗੁਰੂ ਸਾਹਿਬਾਨ, ਭਗਤ, ਭੱਟ, ਸ਼ਹੀਦ, ਔਰ ਹਰ ਕੋਈ ਗੁਪਤ ਰੂਪ ਦੇ ਵਿੱਚ ਅਸੀਂ ਉਸ ਨੂੰ ਹਾਜ਼ਰ ਮੰਨਦੇ ਹਾਂ, ਸੂਖਮ ਰੂਪ ਦੇ ਵਿੱਚ ਹਾਜ਼ਰ ਮੰਨਦੇ ਹਾਂ। ਫਿਰ ਜਿੱਥੇ ਗੁਰੂ ਨਾਨਕ ਵੀ ਹੋਵੇ, 10 ਪਾਤਸ਼ਾਹੀਆਂ ਵੀ ਹੋਣ, ਸਾਰੇ ਭਗਤ ਵੀ ਹੋਣ, ਕੀ ਅਸੀਂ ਉਸ ਨੂੰ ਸੱਚਖੰਡ ਨਹੀਂ ਮੰਨਣਾ? ਕੀ ਅਸੀਂ ਉਸ ਨੂੰ ਸੱਚਖੰਡ ਨਹੀਂ ਮੰਨ ਸਕਦੇ? ਇਸ ਨਾਲੋਂ ਵੱਡਾ ਹੋਰ ਸੱਚਖੰਡ ਹੋ ਸਕਦਾ? ਮਹਾਰਾਜ ਜੀ ਨੇ ਮੋਹਰ ਲਾਈ ਹੋਈ ਹੈ। ਕਹਿੰਦੇ ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਹੇ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਸੱਚਖੰਡ ਵਸੇ ਨਿਰੰਕਾਰ, ਵੀ ਜਿੱਥੇ ਰੱਬ ਦੀ ਸਿਫਤ ਸਲਾਹ ਹੋਵੇ ਉਹ ਸੱਚਖੰਡ ਹੀ ਹੈ। ਜਗ੍ਹਾ ਕੋਈ ਵੀ ਹੋਵੇ, ਥਾਨ ਸੁਹਾਵਾ ਪਵਿੱਤ ਹੈ, ਜਿੱਥੇ ਸੰਤ ਸਭਾ ਢੋਈ ਤਿਸਹੀ ਨੋ ਮਿਲੈ, ਜਿਨ ਪੂਰਾ ਗੁਰੂ ਲੱਭਾ।
ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਿਲ ਅਸਥਿਰ ਸੋਹਿਨ ਚੁਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰੋ ਉਜਾੜੀ ਜਿਓ। ਇਸ ਕਰਕੇ ਪ੍ਰਮਾਤਮਾ ਦੀ ਅਸਲੀ ਥਾਂ ਉਹੀ ਹੈ ਜਿੱਥੇ ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ। ਉਹੀ ਬੈਕੁੰਠ ਹੈ, ਉਹੀ ਦਰਗਾਹ ਹੈ, ਉਹੀ ਸੱਚਖੰਡ ਹੈ, ਉਹੀ ਬੇਗਮਪੁਰਾ ਸ਼ਹਿਰ ਹੈ। ਇਹ ਬਾਣੀ ਦੀ ਵਿਚਾਰ ਰਾਹੀਂ ਪਤਾ ਲੱਗ ਸਕਦਾ ਹੈ। ਇਸ ਕਰਕੇ ਉਸ ਪ੍ਰਮਾਤਮਾ ਦਾ ਮਹਾਰਾਜ ਜੀ ਕਹਿੰਦੇ ਕੋਈ ਵੀ ਅੰਤ ਨਹੀਂ ਹੈ। ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਉਹ ਆਪ ਹੀ ਜੀਵਾਂ ਦੀ ਪਦੈਸ਼ ਕਰਦਾ ਅਤੇ ਆਪ ਹੀ ਜੀਵਾਂ ਨੂੰ ਮਾਰ ਦਿੰਦਾ ਹੈ। ਆਪ ਕਰਾਏ ਸਾਖਤੀ, ਸਾਖਤੀ ਦਾ ਮਤਲਬ ਹੈ ਪਦੈਸ਼। ਉਹ ਆਪ ਹੀ ਸਾਨੂੰ ਜਮਾਉਂਦਾ, ਭੇਜਦਾ, ਪੈਦਾ ਕਰਦਾ। ਆਪ ਕਰਾਏ ਮਾਰ, ਮਾਰ ਦਾ ਮਤਲਬ ਖਤਮ ਕਰ ਦਿੰਦਾ। ਆਪ ਹੀ ਨੇ ਆਪ ਸਾਜਿਓ। ਆਪ ਹੀ ਦੁਨੀਆ ਦੇ ਵਿੱਚ ਹਰ ਚੀਜ਼ ਉਸ ਨੇ ਪੈਦਾ ਕੀਤੀ ਹੈ। ਉਹਨੂੰ ਇੱਕ ਦਿਨ ਖਤਮ ਵੀ ਉਸ ਨੇ ਹੀ ਕਰਨਾ। ਉਸ ਪਰਮਾਤਮਾ ਨੇ ਹੀ ਉਸ ਚੀਜ਼ ਨੂੰ ਖਤਮ ਕਰਨਾ, ਕਿਉਂਕਿ ਜੇ ਉਹ ਚੀਜ਼ ਖਤਮ ਨਾ ਕੀਤੀ ਜਾਵੇ ਧਰਤੀ 'ਤੇ ਵੇਲ ਨਾ ਮਿਲੇ। ਚਾਹੇ ਇਨਸਾਨ, ਚਾਹੇ ਜਾਨਵਰ, ਚਾਹੇ ਵਸਤੂਆਂ ਨੇ, ਚਾਹੇ ਕੋਈ ਵੀ ਹੈ। ਜੇ ਪਰਮਾਤਮਾ ਕੁਛ ਬਦਲਾਵ ਨਾ ਕਰੇ, ਚੀਜ਼ਾਂ ਨੂੰ ਨਸ਼ਟ ਨਾ ਕਰੇ, ਅਤੇ ਇੱਥੇ ਕੁਛ ਦਾ ਕੁਛ ਬਣ ਜਾਏ। ਸੋ ਕੁਝ ਸਮਾਂ ਐਸਾ ਹੁੰਦਾ ਉਸ ਸਮੇਂ ਤੋਂ ਬਾਅਦ ਪਰਮਾਤਮਾ ਬੈਲੈਂਸ ਕਰਦਾ। ਧਰਤੀ 'ਤੇ ਜੋ ਵੱਧ ਚੁੱਕਾ ਉਹਨੂੰ ਬਰਾਬਰ ਕਰ ਦਿੰਦਾ। ਭਾਵੇਂ ਜਿਹਨੂੰ ਅਸੀਂ ਕੁਦਰਤੀ ਆਫਤਾਂ ਕਹਿ ਦਿੰਦੇ ਉਹ ਆਵੇ। ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਜਿਹੜੇ ਨੇ ਉਹ ਗੁੰਮ ਹੋ ਜਾਂਦੇ ਨੇ, ਖਤਮ ਹੋ ਜਾਂਦੇ ਹਨ, ਨਸ਼ਟ ਹੋ ਜਾਂਦੇ ਹਨ। ਇਹ ਉਸ ਦਾ ਖੇਲ ਹੈ। ਉਹਨੇ ਆਪਣਾ ਖੇਲ ਕਿਸ ਤਰ੍ਹਾਂ, ਆਪਾਂ ਨੂੰ ਚਿੰਤਾ ਰਹਿੰਦੀ ਹੈ ਵੀ ਬੜੀ ਆਬਾਦੀ ਹੋ ਗਈ, ਆਹ ਚੀਜ਼ਾਂ ਬੜੀਆਂ ਵੱਧ ਗਈਆਂ, ਪਾਪ ਬੜਾ ਵੱਧ ਗਿਆ, ਪਸ਼ੂ ਪੰਛੀ ਜਾਨਵਰ ਬੜੇ ਵੱਧ ਗਏ। ਅਤੇ ਉਹ ਪਰਮਾਤਮਾ ਨੂੰ ਪਤਾ ਹੈ ਵੀ ਕਿਸ ਨੂੰ ਕਦੋਂ ਕਿੱਥੇ ਰੱਖਣਾ, ਕਿੱਥੇ ਭੇਜਣਾ, ਕਿੱਥੇ ਮਿਟਾਉਣਾ। ਇਸ ਕਰਕੇ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਨਾਨਕ ਅੰਤ ਨ ਜਾਪਣੀ, ਹਰ ਤਾਕੇ ਪਾਰਾਵਾਰ। ਹਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਇੱਕ ਨਾ ਗਲੀ ਜੰਜੀਰੀਆਂ, ਇੱਕ ਤੁਰੀ ਚੜ੍ਹੈ ਬਿਸਿਆਰ। ਸੋ ਪਾਤਸ਼ਾਹ ਜੀ ਕਹਿੰਦੇ ਇਸ ਜੱਗ ਦੇ ਵਿੱਚ ਕਈ ਜੀਵ ਐਸੇ ਹਨ ਜਿਹੜੇ ਕੈਦ ਵਿੱਚ ਜੀਵਨ ਬਤੀਤ ਕਰ ਰਹੇ ਹਨ। ਕੇਵਲ ਜੇਲ੍ਹਾਂ ਵਾਲੇ ਨਹੀਂ, ਘਰਾਂ ਵਿੱਚ ਰਹਿਣ ਵਾਲੇ ਵੀ ਕੈਦੀ ਹਨ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਅੰਡਰ ਆਪਣਾ ਜੀਵਨ ਬਤੀਤ ਕਰਦੇ ਨੇ। ਇੱਕ ਨਾ ਗਲੀ ਜੰਜੀਰੀਆਂ, ਉਹ ਸਮਝਣ ਉਹਨਾਂ ਦੇ ਗਲ ਵਿੱਚ ਬੇੜੀਆਂ ਪਈਆਂ ਹੋਣੀਆਂ, ਪੈਰਾਂ ਵਿੱਚ ਬੇੜੀਆਂ, ਗਲਾਂ ਵਿੱਚ ਜੰਜੀਰੀਆਂ। ਇੱਕ ਤੁਰੀ ਚੜ੍ਹਿਆ ਹੈ ਬਿਸਿਆਰ। ਇੱਕ ਦੁਨੀਆ ਦੇ ਵਿੱਚ ਇੱਦਾਂ ਦੇ ਲੋਕ ਨੇ ਜਿਹੜੇ ਮਹਾਰਾਜ ਜੀ ਕਹਿੰਦੇ ਮੌਜਾਂ ਮਾਣ ਰਹੇ ਨੇ। ਬੇਸ਼ੁਮਾਰ ਕੀਮਤੀ ਵਸਤੂਆਂ ਦੇ ਨਾਲ ਉਹ ਆਪਣਾ ਜੀਵਨ ਬਤੀਤ ਕਰ ਰਹੇ ਨੇ। ਬਿਸਿਆਰ ਦਾ ਮਤਲਬ ਹੁੰਦਾ ਇੱਕ ਤੁਰੀ ਚੜ੍ਹੇ ਬਿਸਿਆਰ। ਬਹੁਤ ਸਾਰੇ ਘੋੜੇ, ਬਹੁਤ ਸਾਰੇ, ਕੋਈ ਇਸ ਵੇਲੇ ਸਾਡੇ ਕੋਲ ਘੋੜੇ ਨਹੀਂ, ਸਾਧਨ ਹਨ। ਇੱਕ ਤਾਂ ਕੈਦੀ ਬਣ ਕੇ ਜੀਵਨ ਜੀ ਰਹੇ ਨੇ ਅਤੇ ਇੱਕ ਬਹੁਤ ਹੀ ਖੁਸ਼ਹਾਲੀ ਵਾਲਾ ਜੀਵਨ ਜੀ ਰਹੇ ਨੇ। ਹਰ ਸਾਧਨ ਉਹਨਾਂ ਦੇ ਕੋਲ ਹੈ। ਇਹ ਉਸ ਪਰਮਾਤਮਾ ਦਾ ਹੀ ਖੇਲ ਹੈ ਅਤੇ ਸਭ ਕੁਝ ਕਰਮਾਂ ਦੇ ਕਰਕੇ, ਪਰ ਕਰਮ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਕੀਤੇ ਜਾਂਦੇ ਹਨ। ਸੋ ਇਸ ਸੰਸਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਬਹੁਤ ਸਾਰੇ ਲੋਕ ਐਸੇ ਹਨ ਜਿਹੜੇ ਕਿ ਜੰਜੀਰਾਂ ਦੇ ਵਿੱਚ ਜਕੜੇ ਪਏ ਹੋਏ ਹਨ, ਉੱਥੋਂ ਨਿਕਲ ਹੀ ਨਹੀਂ ਸਕਦੇ ਜਾਂ ਨਿਕਲ ਨਹੀਂ ਪਾਉਂਦੇ। ਕਿਉਂ? ਉਹਨਾਂ ਨੇ ਸੰਸਾਰ ਦੀਆਂ ਵਸਤੂਆਂ ਨੂੰ, ਸੰਸਾਰ ਦੀਆਂ ਚੀਜ਼ਾਂ ਨੂੰ, ਸੰਸਾਰ ਦੀ ਵਡਿਆਈ ਨੂੰ ਹੀ ਸਭ ਕੁਛ ਮੰਨ ਲਿਆ ਵੀ ਇਹ ਹੀ ਸਭ ਕੁਛ ਹੈ। ਜਦ ਕਿ ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਜੋ ਤੂੰ ਸਭ ਕੁਝ ਸੱਚ ਮੰਨ ਰਿਹਾ ਇਹ ਮਿਥਿਨ ਹੈ। ਦ੍ਰਿਸ਼ਟਮਾਨ ਹੈ ਸਗਲ ਮਥਿਨ। ਤੇਰੀ ਦ੍ਰਿਸ਼ਟੀ ਦੇ ਵਿੱਚ ਜਿਹੜੀ ਚੀਜ਼ ਤੈਨੂੰ ਦਿਸ ਰਹੀ ਹੈ ਕੀਮਤੀ, ਉਹ ਮਿੱਟੀ ਹੈ, ਉਹ ਮਿਥਿਆ ਹੈ। ਮਿੱਥੀ ਹੋਈ ਚੀਜ਼ ਨੂੰ ਤੂੰ ਕੀਮਤੀ ਸਮਝ ਰਿਹਾ। ਜਿਹੜੀ ਕੀਮਤੀ ਚੀਜ਼ ਹੈ ਉਹਨੂੰ ਤੂੰ ਮਿਥਿਆ ਸਮਝ ਰਿਹਾ। ਇਹ ਹੀ ਸਾਡੀ ਅਣਗਹਿਲੀ ਹੈ।
ਇਨਸਾਨਾਂ ਦੀ ਇਹੀ ਕਮੀ ਹੈ, ਮਿੱਥਿਆ ਚੀਜ਼ਾਂ ਨੂੰ ਕੀਮਤੀ ਸਮਝਦਾ, ਪੈਸੇ ਨੂੰ ਕੀਮਤੀ ਸਮਝਦਾ, ਧਨ ਜ਼ਮੀਨ ਜਾਇਦਾਦ ਨੂੰ ਕੀਮਤੀ ਸਮਝਦਾ। ਨੈਚੁਰਲੀ ਹੈ, ਜੋ ਆਪਣੇ ਕੋਲ ਖਰੀਦੀਆਂ ਹੋਈਆਂ ਚੀਜ਼ਾਂ ਨੇ ਉਹਨੂੰ ਕੀਮਤੀ ਸਮਝਦਾ ਹੈ। ਅਤੇ ਮਹਾਰਾਜ ਕਹਿੰਦੇ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਉਸ ਰਾਮ ਨੂੰ ਪਰਾਇਆ ਸਮਝਦਾ, ਉਸ ਰਾਮ ਨੂੰ ਕੀਮਤੀ ਨਹੀਂ ਸਮਝਦਾ। ਅਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਇਹਦੇ ਗਲ ਦੇ ਵਿੱਚ ਕਈ ਤਰ੍ਹਾਂ ਦੀਆਂ ਜੰਜੀਰਾਂ ਪਈਆਂ ਹੋਈਆਂ ਹਨ। ਆਪ ਕਰਾਏ ਕਰੇ ਆਪ ਹੋਂ ਕੈਸਿਓ ਕਰੀ ਪੁਕਾਰ। ਇਹ ਸਾਰੇ ਹੀ ਖੇਡ ਤਮਾਸ਼ੇ ਕਰਕੇ ਪ੍ਰਮਾਤਮਾ ਸਾਰਿਆਂ ਨੂੰ ਦੇਖ ਰਿਹਾ, ਵਾਚ ਰਿਹਾ। ਅਤੇ ਮਹਾਰਾਜ ਜੀ ਕਹਿੰਦੇ ਨੇ ਭਈ ਹੋਂ ਕੈਸਿਓ ਕਰੀ ਪੁਕਾਰ, ਮੈਂ ਕਿਸ ਤਰ੍ਹਾਂ ਉਸ ਦੇ ਅੱਗੇ ਪੁਕਾਰ ਕਰਾਂ, ਕਿਸ ਤਰ੍ਹਾਂ ਫਰਿਆਦ ਕਰਾਂ। ਸੋ ਦੋਏ ਕਰ ਜੋੜ ਕਰੂੰ ਅਰਦਾਸ, ਉਹਦੇ ਅੱਗੇ ਅਰਦਾਸ ਅਤੇ ਫਰਿਆਦ ਜਿਹੜੀ ਹੈ ਉਹ ਸਾਨੂੰ ਮਹਾਰਾਜ ਜੀ ਕਹਿੰਦੇ ਹਮੇਸ਼ਾ ਕਰਨੀ ਚਾਹੀਦੀ ਹੈ, ਹਰ ਵੇਲੇ ਕਰਨੀ ਚਾਹੀਦੀ ਹੈ। ਹਰ ਵੇਲੇ ਉਸ ਦੇ ਅੱਗੇ ਹੱਥ ਸਾਨੂੰ ਜੋੜਨੇ ਚਾਹੀਦੇ ਨੇ ਅਤੇ ਉਹਦੇ ਅੱਗੇ ਅਰਦਾਸ ਕਰਨ ਦੇ ਨਾਲ ਹੀ ਅਸੀਂ ਬਚ ਸਕਦੇ ਹਾਂ। ਸਾਡਾ ਜੀਵਨ ਜਿਹੜਾ ਬਚ ਸਕਦਾ ਹੈ, ਸਾਡਾ ਜੀਵਨ ਜਿਹੜਾ ਸਫਲ ਹੋ ਸਕਦਾ ਹੈ। ਜਿਹੜਾ ਜ਼ਿੰਦਗੀ ਦੇ ਵਿੱਚ ਅਰਦਾਸ ਭੁੱਲ ਜਾਂਦਾ, ਜਿਹੜਾ ਆਪਣੇ ਜੀਵਨ ਦੇ ਵਿੱਚ ਬੇਨਤੀ ਅਰਦਾਸ ਨਹੀਂ ਕਰਦਾ, ਉਹਦਾ ਵਾਧਾ ਰੁਕ ਜਾਂਦਾ ਹੈ। ਉਹ ਇਨਸਾਨ ਇੱਕ ਦਿਨ ਰੁਕਦਾ ਜਿਵੇਂ ਰੁਕੀ ਹੋਈ ਚੀਜ਼ ਖਰਾਬ ਹੋ ਜਾਂਦੀ ਹੈ, ਇਸੇ ਤਰ੍ਹਾਂ ਉਹ ਇਨਸਾਨ ਵੀ ਰੁਕਿਆ ਹੋਇਆ ਆਪਣੇ ਮਾਨਸਿਕ ਤੌਰ 'ਤੇ, ਬਾਹਰੀ ਤੌਰ 'ਤੇ ਜਿਹੜਾ ਹੈ ਉਹ ਕਮਜ਼ੋਰ ਹੋ ਜਾਂਦਾ। ਇਸ ਕਰਕੇ ਫਰਿਆਦ ਕਰ, ਮਹਾਰਾਜ ਜੀ ਕਹਿੰਦੇ ਅਰਦਾਸ ਕਰ ਉਸ ਦੇ ਅੱਗੇ, ਤੁਦੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਇਹ ਅਰਦਾਸ ਹੋਣੀ ਚਾਹੀਦੀ ਮਹਾਰਾਜ ਜੀ। ਸਾਡੀ ਜਿੰਦ ਜਾਨ ਸਾਡਾ ਸਰੀਰ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਮੇਰੀ ਵਡਿਆਈ ਨਹੀਂ ਹੈ, ਜੇ ਮੇਰੀ ਵਡਿਆਈ ਹੋ ਰਹੀ ਹੈ ਤਾਂ ਤੇਰੀ ਵਡਿਆਈ ਕਰਕੇ ਹੋ ਰਹੀ ਹੈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਸੋ ਮੇਰਾ ਨਾਮ ਨਾ ਹੋਵੇ, ਇਹ ਮਹਾਰਾਜ ਕਹਿ ਰਹੇ ਨੇ। ਮੇਰੇ ਨਾਮ ਕਰਕੇ ਵਡਿਆਈ ਨਹੀਂ ਹੈ, ਮੇਰੀ ਕੋਸ਼ਿਸ਼ ਕਰਕੇ ਵਡਿਆਈ ਨਹੀਂ। ਜੋ ਸ਼ਬਦ ਦੇ ਸ਼ੁਰੂ ਦੇ ਵਿੱਚ ਆਪਾਂ ਕਿਹਾ ਸੀ, ਤੇਰੀ ਮਿਹਰ ਕਰਕੇ ਵਡਿਆਈ ਹੈ, ਤੇਰੀ ਬਖਸ਼ਿਸ਼ ਕਰਕੇ ਵਡਿਆਈ ਹੈ। ਆਪਣੀ ਮਰਜ਼ੀ ਨਾਲ ਅਸੀਂ ਵਡਿਆਈ ਪੈਦਾ ਨਹੀਂ ਕਰ ਸਕਦੇ, ਨਾ ਹੀ ਲੈ ਸਕਦੇ ਹਾਂ। ਜੇ ਮਾਲਕ ਵਡਿਆਈ ਦੇਣ 'ਤੇ ਆ ਜਾਵੇ ਤਾਂ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ। ਉਹ ਤਾਂ ਏਡੀ ਵੱਡੀ ਵਡਿਆਈ ਦੇ ਦਿੰਦਾ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਉਹ ਤਾਂ ਏਡੀ ਵਡਿਆਈ ਦੇ ਦਿੰਦਾ, ਹਰ ਜਿਉ ਨਿਮਾਣਿਆ ਤੂੰ ਮਾਣ ਨਿਚਿਜਿਆ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਹੋ ਕੁਰਬਾਨ। ਉਹ ਤਾਂ ਏਡੀ ਵਡਿਆਈ ਦੇ ਦਿੰਦਾ ਬਈ ਜਿਸ ਨੂੰ ਬਖਸ਼ੇ ਸੁਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹਨੂੰ ਤਾਂ ਬਾਦਸ਼ਾਹ ਬਣਾ ਦਿੰਦਾ ਹੈ। ਬਾਦਸ਼ਾਹ ਦਾ ਮਤਲਬ ਕੋਈ ਕਿਸੇ ਰਾਜ ਗੱਦੀ 'ਤੇ ਨਹੀਂ ਬਹਿਣਾ, ਆਪਣੇ ਆਪ ਵਿੱਚ ਬੇਪਰਵਾਹੀਆਂ, ਆਪਣੇ ਆਪ ਵਿੱਚ ਸਕੂਨ, ਆਪਣੇ ਆਪ ਵਿੱਚ ਸ਼ਾਂਤੀ, ਆਪਣੇ ਆਪ ਵਿੱਚ ਚੜ੍ਹਦੀ ਕਲਾ ਵਿੱਚ ਰਹਿਣਾ, ਇਹ ਬਾਦਸ਼ਾਹ ਹੀ ਹੈ। ਸੋ ਇਸ ਕਰਕੇ ਆਪ ਕਰਾਏ ਕਰੇ ਆਪ ਹੋਂ ਕੈਸਿਓ ਕਰੀ ਪੁਕਾਰ, ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ। ਸੋ ਪਾਤਸ਼ਾਹ ਆਖਰੀ ਪੰਕਤੀ ਫਰਮਾਨ ਕਰਦੇ ਨੇ, ਜਿਸ ਕਰਤਾਰ ਨੇ, ਮਾਲਕ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਰਚੀ ਹੈ, ਫਿਰ ਤਿਸ ਹੀ ਕਰਨੀ ਸਾਰ। ਤੂੰ ਚਿੰਤਾ ਨਾ ਕਰ, ਉਹ ਸੰਭਾਲ ਕਰੇਗਾ, ਉਹ ਤੇਰੀ ਵੀ ਸੰਭਾਲ ਕਰੇਗਾ, ਤੇਰੇ ਬੱਚਿਆਂ ਦੀ ਵੀ ਸੰਭਾਲ ਕਰੇਗਾ, ਤੇਰੇ ਪਰਿਵਾਰ ਦੀ ਵੀ ਸੰਭਾਲ ਕਰੇਗਾ। ਜੋ ਤੂੰ ਕਰ ਰਿਹਾ ਅੱਜ ਦੇ ਸਮੇਂ ਦੇ ਵਿੱਚ ਸਾਰੀ ਸੰਭਾਲ ਉਹ ਕਰੇਗਾ। ਤੂੰ ਸਭ ਕੁਝ ਉਸ 'ਤੇ ਸੁੱਟ ਦੇ ਜਾਂ ਉਹਨੂੰ ਜ਼ਿੰਮੇਵਾਰੀ ਦੇ ਦੇ। ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ। ਆਖਰੀ ਪੰਕਤੀ ਪੜ੍ਹਦੇ ਹਾਂ ਕਬੀਰ ਜੀ ਦੀ, ਕਬੀਰ ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਇਹ ਬੇਨਤੀ ਕਰਨੀ ਹੈ ਮਹਾਰਾਜ, ਜੋ ਕੁਛ ਕਰਨਾ ਤੁਸੀਂ ਆਪ ਹੀ ਕਰਨਾ, ਜੋ ਬੁਲਾਉਣਾ ਤੁਸੀਂ ਬੁਲਾਉਣਾ, ਜਿੱਥੇ ਭੇਜਣਾ ਤੁਸੀਂ ਭੇਜਣਾ, ਜੋ ਖਵਾਉਣਾ ਜੋ ਪਹਿਨਾਉਣਾ ਸਭ ਕੁਛ ਤੁਹਾਡਾ ਹੀ ਤੇਰਾ ਹੀ ਹੈ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਹੈ ਸ਼ਾਬਾਸ਼। ਨਾਨਕ ਹੁਕਮ ਨ ਚੱਲੇ ਨਾਲ ਖਸਮ ਚੱਲੇ ਅਰਦਾਸ। ਸੋ ਐਸੀ ਸਤ ਸੰਗਤ ਅੱਜ ਦੀ ਲੜੀਵਾਰ ਜੋ ਸ਼ਬਦ ਦੀ ਵਿਚਾਰ ਉਹ ਮਹਾਰਾਜ ਜੀ ਨੇ ਕਰਵਾਈ ਹੈ। ਸੋ ਕੱਲ੍ਹ ਨੂੰ ਆਖਰੀ ਜੋ ਅਸਾਂ ਦੀ ਵਾਰ ਦੀ ਆਖਰੀ
ਸ਼ਲੋਕ ਹਨ, ਆਪੇ ਭਾਂਡੇ ਸਾਜਣ ਆਪੇ ਪੂਰਨ ਦੇ, ਉਹ ਸ਼ਬਦ ਹੈ, ਉਸ ਦੀ ਵਿਚਾਰ ਮਹਾਰਾਜ ਜੀ ਕੱਲ੍ਹ ਨੂੰ ਮਿਹਰ ਕਰਕੇ ਸੇਵਾ ਲੈਣ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨ, ਇਸ ਸ਼ਬਦ ਦਾ ਭਾਵ ਅਰਥ ਸਭ ਦੇ ਹਿਰਦਿਆਂ ਵਿੱਚ ਵਸੇ। ਮਹਾਰਾਜ ਜੀ ਸਭ ਨੂੰ ਗਿਆਨ ਦੀ ਰੌਸ਼ਨੀ ਬਖਸ਼ਣ, ਤੰਦਰੁਸਤੀਆਂ ਦੇਣ, ਦੇਸ਼ ਪ੍ਰਦੇਸ਼ ਬੱਚਿਆਂ ਦੇ ਕਾਰਜ ਰਾਸ ਕਰਨ। ਭੁੱਲ ਚੁੱਕ ਮਾਫ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।